ਜੁੱਤੀਆਂ ਜਿਵੇਂ ਸੁਣਿਆ ਸੀ ਵੀ ਸੋਹਣੀਆਂ ਵਾ ਜੁੱਤੀਆਂ ਸਾਰੀਆਂ ਬਹੁਤ ਵਧੀਆ ਨੇ ਪਰਫੈਕਟ ਨੇ ਸਾਰੀਆਂ ਭਾਈ ਚੰਗੀਆਂ ਪਰ ਆਹ ਤਿੰਨ ਮੈਨੂੰ ਬਹੁਤ ਚੰਗੀਆਂ ਲੱਗੀਆਂ ਆ ਵੇਖ ਵਧੀਆ ਕਿਉਂ ਜੀ ਤੁਹਾਡਾ ਕੀ ਹਾਲ ਸੋਹਣੀ ਜੁੱਤੀ अगर वो तिले वाला खुसा बनान ना तो शुरू तकरीबन 25,000 ते 30,000 तो होएगा। अच्छा इस तो कम नहीं होएगा तो होएगा भी साल ला देंगे ने खुस्सा बनाउण ते हाँ जी बहुत लेट कर साल तक बंदा ही ना टप जाएगा साल खुस्सा बनाउण ते लाਉਂਦੇ अच्छा साल पूरा ਲਾਉਂਦੇ ਤਿੱਲੇ ਵਾਲੇ हाँ बहुत देर लांगे सही ਤੁਹਾਡੇ ਕੋਲ ਲੈਂਦੇ ਜਾਣਗੇ 5,000 4,000 3,000 2,000 ਟਾਈਮ ਬੜਾ ਲੈ ਲੈਂਦੇ ਨੇ। ਪ੍ਰੋਫੈਸਰ ਸਾਹਿਬ ਕਿੰਨੀ ਉਮਰ ਤੁਹਾਡੀ 39 ਦਾ ਪ੍ਰੋਫੈਸਰ 39.5 ਮੇਰੀ ਹੈ ਫਿਰ ਤੇ ਤੁਹਾਡੀ ਮੱਤ ਵੱਜੀ ਇਧਰ ਗੱਲ ਸੁਣੋ ਤੇ ਜਿਹੜੇ ਹੱਸੇ ਬੜਾ ਵਾ ਇਹਨਾਂ ਦੀ 49 ਤੇ ਤੁਹਾਡੀ 50 ਵਾ ਅੱਗੋਂ ਹਿਸਾਬ ਲਾ ਲਓ ਵੀਰ ਜੀ ਫਿਰ ਮੈਂ ਸੋਚਿਆ ਕਿ ਇਹਨਾਂ ਦੋਵਾਂ ਲਿਪੀਆਂ ਨੂੰ ਨੇੜੇ ਲਿਆਉਣਾ ਚਾਹੀਦਾ ਤਾਂ ਗੁਰਮੁਖੀ ਫਰੇਜ਼ ਤੋਂ ਮੈਂ ਕਿਹਾ ਵੀ ਅਸੀਂ ਸਿਆਣ ਕਰਾਵਾਂਗੇ ਤੁਹਾਡੀ ਆਪਸ ਦੇ ਵਿੱਚ ਸੋ ਅੱਜ ਮੈਂ ਜਦੋਂ ਵਾਈਟ ਬੋਰਡ ਤੇ ਲਿਖਣਾ ਵਾ ਤੇ ਉਹ ਗਾਫ ਦੇ ਨਾਲ ਜਦੋਂ ਗੱਗਾ ਹੁੰਦਾ ਤੇ ਆਪਸ ਸਿਆਣਦੇ ਵੀ ਨੇ ਸੋ ਗੱਲਾਂ ਵੀ ਕਰਦੇ ਨੇ ਸੋ ਮੇਰੇ ਬੱਚੇ ਜਿਹੜੇ ਇਸ ਪੰਜਾਬੀ ਨਾਲ ਜੁੜੇ ਨੇ ਜਿੱਲੂ ਸਾਹਿਬ ਉਹ ਵੀ ਜਾਣ ਗਏ ਨੇ ਕਿ ਸਾਡੀ ਮਾਂ ਬੋਲੀ ਸਾਡੀ ਦੋਵੇਂ ਲਿਪੀਆਂ ਨੇ ਸਾਡੇ ਵਾਸਤੇ ਬੜੀਆਂ ਜ਼ਰੂਰੀ ਨੇ ਇਹਨਾਂ ਨੂੰ ਉਸਨੂੰ ਪੜ੍ਹਨਾ ਹੈ ਜੀ ਸਾਡੀ ਮਾਂ ਬੋਲੀ ਸੇਵਾ ਵੀ ਤਾਂ ਬਣ ਸਕਦੀ ਬਹੁਤ ਵਧੀਆ ਜੀ ਬਹੁਤ ਵਧੀਆ अस्सलाम वालेकुम जी सारे दोस्तों ਨੂੰ ਸਤਿ ਸ੍ਰੀ ਅਕਾਲ ਜਿਹੜੇ ਜੁੜੇ ਨੇ ਸਾਡੇ ਚੈਨਲ ਪੰਜਾਬੀ ਰਹਿ ਤੇ ਵਲੌਗਸ ਦੇ ਨਾਲ ਸਾਡੇ ਨਾਲ ਭਾਈ ਸਾਹਿਬ ਸੁਲਤਾਨ ਸਿੰਘ ਵਿਰਕ ਆਸਟ੍ਰੇਲੀਆ ਵਾਲੇ ਤੇ ਇਹ ਜਾਣਾ ਸੀ ਅੱਜ ਆਪਾਂ ਇੱਕ ਦੋ ਜਗ੍ਹਾ ਤੇ ਲੇਕਿਨ ਉਸ ਤੋਂ ਪਹਿਲਾਂ ਸਵੇਰੇ ਸਵੇਰੇ ਨਿਕਲੇ ਆ ਇੱਕ ਤੇ ਇਹਨਾਂ ਵੀ ਜੁੱਤੀ ਲੈਣੀ ਸੀ ਕਹਿੰਦੇ ਸ਼ਰਕਪੁਰ ਦੀਆਂ ਜੁੱਤੀਆਂ ਬੜੀਆਂ ਮਸ਼ਹੂਰ ਆ ਸਾਡੇ ਇੱਥੇ ਨਾ ਪਾਕਿਸਤਾਨ ਵੈਸੇ ਤੇ ਨਾਮ ਬਹੁਤਾ ਕਸੂਰ ਦਾ ਵੱਜਦਾ ਲੇਕਿਨ ਸ਼ਰਕਪੁਰ ਦੀ ਜੁੱਤੀ ਇੱਥੋਂ ਦੇ ਸਾਡੇ ਇਲਾਕੇ 'ਚ ਬਹੁਤ ਮਸ਼ਹੂਰ ਹੈ ਠੀਕ ਹੈ ਮਤਲਬ ਹੈਂਡਮੇਡ ਜੁੱਤੀਆਂ ਬਣਾਉਂਦੇ ਆ ਤੇ ਮੇਰਾ ਦੋਸਤ ਹੈ ਗਿੱਲ ਰੌਤਾ ਉਹਦਾ ਵਿਆਹ ਔਰ ਸਾਡੀ ਭਰਜਾਈ ਵਾਸਤੇ ਉਹਦੇ ਲਈ ਜੁੱਤੀਆਂ ਲੈਣੀਆਂ ਖਾਸ ਤੌਰ ਤੇ ਫਿਰ ਇੱਕ ਹੋਰ ਸਾਡੇ ਦੋਸਤ ਨੇ ਜੱਸੀ ਭਾਜੀ ਉਹਨਾਂ ਦੀ ਫਰਮਾਇਸ਼ ਸੀ ਕੁਝ ਜੁੱਤੀਆਂ 4-5 ਉਹਨਾਂ ਗਈਆਂ ਸੀ 8-10 ਜੁੱਤੀਆਂ ਦਾ ਮੈਨੂੰ ਫਰਮਾਇਸ਼ ਤੇ ਉਹ ਫਰਮਾਇਸ਼ ਪੂਰੀ ਕਰਨ ਮੈਂ ਕਿਹਾ ਵੀ ਇੱਕ ਤੇ ਆਪ ਜਾਂਦੇ ਆ ਲੈ ਕੇ ਉਹਨੇ ਜੁੱਤੀਆਂ ਵੈਸੇ ਤੇ ਆਨਲਾਈਨ ਵੀ ਮੰਗਾਈਆਂ ਜਾ ਸਕਦੀਆਂ ਲੇਕਿਨ ਆਪ ਵੇਖੀਆਂ ਹੁਣ ਪਤਾ ਹੁੰਦਾ ਵੀ ਆਹ ਚੀਜ਼ ਹੈ ਕੁਆਲਿਟੀ ਦਾ ਪਤਾ ਲੱਗ ਡਿਜ਼ਾਈਨ ਦਾ ਪਤਾ ਲੱਗ ਨਾਲੇ ਵਲੌਗ ਜਿਹੜਾ ਬਣ ਜਾਂਦਾ ਸਾਰਿਆਂ ਨੂੰ ਪਤਾ ਲੱਗ ਜੂ ਵੀ ਜੁੱਤੀਆਂ 'ਚ ਲੈਣੀਆਂ ਹੁਣ ਤੇ ਕਿੱਥੋਂ ਮੈਨੂੰ ਨਾ ਫਰਮਾਇਸ਼ ਆਈ ਜਾਣ ਜੁੱਤੀਆਂ ਵਾਲੇ ਦੀ ਮਸ਼ਹੂਰੀ ਹੋ ਜਾਏਗੀ ਜੁੱਤੀਆਂ ਵਾਲੇ ਦੇ ਨਾਲ ਮਸ਼ਹੂਰੀ ਹੋ ਜਾਊਗੀ ਨਾਲੇ ਇਹ ਨਾ ਵੀ ਡਾਇਰੈਕਟ ਆਰਡਰ ਹੋ ਜਾਊਗਾ ਮੈਨੂੰ ਨਾ ਜਾਣਾ ਪਊਗਾ ਮੈਨੂੰ ਜਾਣਾ ਪੈਂਦਾ ਨਾ ਵੀ ਜੁੱਤੀਆਂ ਲੈ ਕੇ ਭੇਜ ਯਾਰ ਬਿਲਕੁਲ ਤੇ ਅੱਜ ਦਾ ਸਾਡਾ ਸਫ਼ਰ ਜਿਹੜਾ ਵਾ ਸ਼ਰਕਪੁਰ ਦਾ ਵਾ ਜਿਹੜੀਆਂ ਕਸੂਰੀ ਜੁੱਤੀਆਂ ਤੋਂ ਬਾਅਦ ਤੁਹਾਨੂੰ ਸ਼ਰਕਪੁਰ ਵੀ ਇੰਟਰੋਡਿਊਸ ਕਰਾਦਾ ਵੀ ਇੱਥੋਂ ਤਕਰੀਬਨ ਪੰਜਾਬ ਦੀ ਗੱਲ ਕਰਾਂ ਇੱਧਰਲੇ ਪੰਜਾਬ ਦੀ ਤੇ ਇੱਥੋਂ ਹੀ ਸਾਰੀਆਂ ਬਹੁਤੀਆਂ ਜਾਂਦੀਆਂ ਹੈਂਡਮੇਡ ਬਣ ਕੇ ਲਾਹੌਰ ਤੱਕ ਦੂਜੇ ਸ਼ਹਿਰਾਂ ਤੱਕ ਜੁੱਤੀਆਂ ਇੱਥੋਂ ਜਿੰਨੀਆਂ ਲੋਕਲ ਦੁਕਾਨਦਾਰ ਨੇ ਇੱਥੋਂ ਸਟਿਚ ਕਰਵਾਉਂਦੇ ਨੇ ਠੀਕ ਹੈ ਜੀ ਇੱਥੇ ਜਿਸ ਤਰ੍ਹਾਂ ਚਾਈਨਾ 'ਚ ਨਹੀਂ ਵੀ ਘਰਾਂ ਦੇ ਵਿੱਚ ਵੀ ਉਹਨਾਂ ਲਾਏ ਹੁੰਦੇ ਇੱਥੇ ਹਰ ਘਰ ਦੇ ਵਿੱਚ ਜੁੱਤੀਆਂ ਦਾ ਕੰਮ ਹੁੰਦਾ ਠੀਕ ਹੈ ਉਹ ਬਣਾਉਂਦੇ ਨੇ ਜੁੱਤੀਆਂ ਘਰ ਦੇ ਜੀ ਵੀ ਵੱਖਰੇ ਘਰਾਂ ਦੇ ਵਿੱਚ ਕਾਰਖਾਨੇ ਠੀਕ ਹੈ ਸੋ ਅੱਜ ਦਾ ਸਾਡਾ ਸਫ਼ਰ ਸ਼ਰਕਪੁਰ ਦਾ ਰਹੇਗਾ ਸਾਡੇ ਨਾਲ ਜੁੜੇ ਰਹਿਣਾ ਜੁੱਤੀਆਂ ਦੀ ਖਰੀਦਦਾਰੀ ਕਰਾਂਗੇ ਤੇ ਪਸੰਦ ਨਾਲ ਤੁਸੀਂ ਵੀ ਕਰਿਓ ਵੀ ਗਿੱਲ ਰੌਤਾ ਆਪਣੇ ਵਿਆਹ ਤੇ ਕੀ ਪਾਵੇ ਤੇ ਭਾਜੀ ਹੁਣੀ ਕੀ ਲੈਣ ਤੇ ਜੱਸੀ ਭਾਜੀ ਹੁਣੀ ਕਿਹੜੀਆਂ ਲੈਣ ਬਿਲਕੁਲ ਜੀ ਬਿਲਕੁਲ ਆਓ ਚੱਲੀਏ ਫਿਰ ਆਪਾਂ ਸ਼ਰਕਪੁਰ ਠੰਡ ਵੇਖ ਲਓ ਭਾਈ ਬਹੁਤ ਆ ਧੁੰਦ ਪਈ ਆ ਤੇ ਸਵੇਰੇ ਦਾ ਟਾਈਮ ਹੈ ਤੇ ਨਾਸ਼ਤਾ ਆਪਾਂ ਕਰਕੇ ਕੋਈ ਨਹੀਂ ਨਿਕਲੇ ਅਸਲ ਰਾਵੀ ਹੋਟਲ ਦੇ ਸ਼ਦਾਰੇ ਦੇ ਕੋਲ ਨਾਸ਼ਤਾ ਕਰ ਲਈਏ ਆ ਮੰਜੇ ਨਾਲ ਡਾਏ ਪੂਰੇ ਸਲਾਮ ਅਲੈਕੁਮ ਲਾਲਾ ਕੀ ਹਾਲ ਚਾਲ ਕੀ ਪਕਾ ਬੋਮ ਪਾਏ ਇੱਕ ਆਟਾ ਜਣੇ ਚਿਕਨ ਜਣੇ ਕੋਟਾ ਜਣੇ ਇਹ ਆ ਕੀ ਹੈ ਮਸਾਲਾ ਇਹ ਗਰਮ ਕਰਨਾ ਹੈ ਠੰਡਾ ਹੋ ਗਿਆ ਠੀਕ ਹੈ ਆ ਜਾਓ ਕੀ ਖਾਣਾ ਭਾਜੀ ਜੋ ਬਣਿਆ ਖਾ ਲੈਂਦੇ ਬਣਿਆ ਤਾਂ ਬਹੁਤ ਕੁਝ ਹੈ ਜੋ ਤੁਹਾਡੇ ਹਿਸਾਬ ਨਾਲ ਪਸੰਦ ਹੋ ਦੇਖ ਵਧੀਆ ਕੀ ਤੁਹਾਡਾ ਜੋ ਹੋਵੇ ਵਧੀਆ ਹੈ ਜੋ ਵੀ ਖਾਓਗੇ ਵਧੀਆ ਨਹੀਂ ਵਧੀਆ ਜੋ ਪਰਫੈਕਟ ਤੁਹਾਡਾ ਹੁੰਦਾ ਪਾਏ ਖਵਾਣੇ ਤੁਹਾਨੂੰ ਮੈਂ ਕਟਾ ਪਾਏ ਨਿਹਾਰੀ ਨਹੀਂ ਰਹੀ ਹੁੰਦੀ ਹੈ ਨਿਆਰੀ ਪਾਏ ਹੁੰਦੇ ਠੀਕ ਹੈ ਵਾਹ ਹਰਾ ਕਿੱਥੇ ਆ ਕੀ ਹੈ ਇਹ ਪਾਏ ਤੇ ਆ ਚਣੇ ਆਹ ਜੀ ਪਾਏ ਚਣੇ ਆ ਤੇ ਆਪਾਂ ਚਣੇ ਹੀ ਖਾਵਾਂਗੇ ਕਿਉਂਕਿ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਬਿਲਕੁਲ ਚਨੇ ਠੀਕ ਇਸ ਤੋਂ ਫਿਰ ਚਣੇ ਹੀ ਖਾਵਾਂਗੇ ਵੈਜੀਟੇਰੀਅਨ ਇਹ ਜੀ ਆਪਣੇ ਸਰਦਾਰ ਸਾਹਿਬ ਨੇ ਇਸ ਤੇ ਇਹਨਾਂ ਨੇ ਗੁਰਦੁਆਰੇ ਜਾਣਾ ਤੇ ਚਣੇ ਹੀ ਖਾਣੇ ਠੀਕ ਹੈ ਚਣੇ ਦੇ ਦੇ ਫਿਰ ਸਾਨੂੰ ਆਹ ਰਾਵੀ ਹੋਟਲ ਤੇ ਇੱਧਰ ਲੱਗ ਰਹੀਆਂ ਸੀ ਰੋਟੀਆਂ ਇਹ ਨਾਨ ਕੇ ਰੋਟੀਆਂ ਨਾਨ ਵੀ ਰੋਟੀ ਜੀ ਇਹ ਖਮੀਰੀ ਕਿ ਦੂਜੀਆਂ
ਸਾਦੀ ਹੈ ਇਹ ਖਾਨ ਸਾਹਿਬ ਨੇ ਤੁਸੀਂ ਖਾਨ ਸਾਹਿਬ ਨਹੀਂ ਜੀ ਤੇ ਪੰਜਾਬੀ ਕਿਉਂ ਨਹੀਂ ਬੋਲਦਾ ਫਿਰ ਆਉਂਦੀ ਨਹੀਂ ਲਾ ਦੇ ਫਿਰ ਸੋਹਣੀਆਂ ਸੋਹਣੀਆਂ ਨਾਨ ਰੋਟੀਆਂ ਠੀਕ ਹੈ ਚਲੋ ਜੀ ਨਾਸ਼ਤਾ ਲਈਏ ਆਪਾਂ ਘਰ ਹੁਣ ਰੁਕ ਕੇ ਵੈਸੇ ਲਾਹੌਰੋਂ ਨਿਕਲੇ ਹਾਂ ਲਾਹੌਰ ਵੀ ਕਰ ਸਕਦੇ ਹਾਂ ਤੇ ਭਾਈ ਸਾਹਿਬ ਕਹਿੰਦੇ ਸੀ ਨਹੀਂ ਆਪਾਂ ਢਾਬਾ ਟਾਈਪ ਜਿਹੜਾ ਲੋਕਲ ਜਿਹਾ ਹੋਟਲ ਹੈ ਉੱਥੋਂ ਕਰਨਾ ਵਾ ਇਸ ਤੋਂ ਅਸੀਂ ਰਸਤੇ 'ਚ ਰੁਕ ਕੇ ਫਿਰ ਉੱਥੋਂ ਨਾਸ਼ਤਾ ਕਰਨ ਵਾਸਤੇ ਰੁਕੇ ਆ ਗਏ ਬਈ ਨਾਨ ਤੇ ਚਣੇ ਆ ਵੇਖੋ ਨਾਨ ਬੜੇ ਜ਼ਬਰਦਸਤ ਬਣਾਏ ਆ ਜੀ ਇਹਨਾਂ ਨੇ ਹੋਟਲ ਵੇਖ ਕੇ ਲੋਗੇ ਪਰ ਨਾਨ ਵਧੀਆ ਇਹਨਾਂ ਦੇ ਸਬਜ਼ੀ ਵੀ ਵਧੀਆ ਚਨੇ ਛੋਲੇ ਚਣੇ ਵੀ ਬਹੁਤ ਸੋਹਣੇ ਨੇ ਵਧੀਆ ਬਣੇ ਨੇ ਹੁਣ ਆ ਗਈ ਹੈ ਜੀ ਚਾਹ ਮੈਂ ਘਟਾਤੀ ਹੈ ਕੁਛ ਚੀਅਰਸ ਚਾਹ ਪੀ ਕੇ ਤੇ ਫਿਰ ਹੁਣ ਆਪਾਂ ਅਗਲਾ ਸਫ਼ਰ ਕਰਦੇ ਆ ਸ਼ੁਰੂ ਜੀ ਕਿਉਂਕਿ ਚਾਹ ਤੋਂ ਬਗੈਰ ਅਸੀਂ ਦੂਰੇ ਸਵੇਰੇ ਸਿਰ ਪੀਏ ਨਾ ਤੇ ਕੰਮ ਪੂਰਾ ਨਹੀਂ ਹੁੰਦਾ ਐਂ ਲੱਗਦਾ ਕੁਝ ਰਹਿ ਗਿਆ ਹਾਂ ਸਾਡੇ ਤੱਤੇ ਨਾ ਕਰੀਏ ਤਾਂ ਕੀ ਲੱਗਦੀ ਨਹੀਂ ਬ੍ਰੇਕਫਾਸਟ ਕਰ ਲਿਆ ਚਾਹ ਪੀ ਲਈ ਤੇ ਅਗਲਾ ਸਫ਼ਰ ਹੋ ਗਿਆ ਹੁਣ ਸ਼ੁਰੂ ਹੱਡ ਤੱਤੇ ਕਰ ਲਏ ਤੇ ਸ਼ਰਕਪੁਰ ਵੱਲ ਨੂੰ ਜਾਂਦੇ ਹਾਂ ਰਾਹ 'ਚ ਰੋਕ ਕੇ ਨਾਸ਼ਤਾ ਕੀਤਾ ਵਧੀਆ ਲੱਗਾ ਨਾਸ਼ਤਾ ਹਾਂਜੀ ਬਹੁਤ ਸਵਾਦ ਸੀਗਾ ਵੈਸੇ ਵੇਖ ਨਾਨ ਬੜੇ ਵਧੀਆ ਨਾਨ ਬੜੇ ਐ ਜ਼ਬਰਦਸਤ ਛੋਲੇ ਛੋਲੇ ਬੜੇ ਵਧੀਆ ਤੇ ਖਾ ਖੂ ਲਏ ਆ ਤੇ ਹੁਣ ਅਗਵਾਂ ਤੁਰ ਪਏ ਅੱਗੇ ਨੂੰ ਆਜੋ ਫਿਰ ਚੱਲਦੇ ਆ ਲਓ ਜੀ ਪਹੁੰਚ ਗਏ ਸ਼ਰਕਪੁਰ ਤੇ ਘੁੰਮ ਰਹੇ ਸ਼ਰਕਪੁਰ ਦੇ ਬਾਜ਼ਾਰ ਸ਼ਰਕਪੁਰ ਦੇ ਬਾਜ਼ਾਰਾਂ 'ਚ ਨਾਮ ਬੜਾ ਸੁਣਿਆ ਸੀ ਇੱਥੋਂ ਦੀਆਂ ਜੁੱਤੀਆਂ ਦਾ ਤੇ ਪਹਿਲਾਂ ਮਾਰਕੀਟ ਵੇਖਦੇ ਆ ਵੀ ਇੱਥੇ ਕਿਸ ਤਰ੍ਹਾਂ ਦੀਆਂ ਜੁੱਤੀਆਂ ਤੇ ਕਿਸ ਤਰ੍ਹਾਂ ਦੀ ਵੈਰਾਈਟੀ ਇੱਥੇ ਆਂਦੇ ਹੈਂਡਮੇਡ ਬਣਦੀਆਂ ਜੁੱਤੀਆਂ ਸਾਰੀਆਂ ਜਿਹੜੀਆਂ ਦੇਸੀ ਜੁੱਤੀਆਂ ਨੇ ਤੇ ਮਾਰਕੀਟ ਹੈ ਪੂਰੀ ਦੀ ਪੂਰੀ ਆਜੋ ਅੱਗੇ ਚੱਲਦੇ ਆਪਾਂ ਉਹ ਸਾਹਮਣੇ ਦੁਕਾਨਾਂ ਨੇ ਜਿਵੇਂ ਲਾਹੌਰ ਹੈ ਨਾ ਮਾਰਕੀਟ ਵੱਡੀ ਸੁਣਿਆ ਸੀ ਵੀ ਇਹ ਜਿਹੜੀਆਂ ਹੈਂਡਮੇਡ ਜੁੱਤੀਆਂ ਨੇ ਇੱਥੋਂ ਬਣ ਕੇ ਜਾਂਦੀਆਂ ਆਹ ਲੇਡੀਜ਼ ਜੁੱਤੀਆਂ ਟਾਵਲ ਕੀ ਹਾਲ ਜੀ ਠੀਕ ਹੋ ਵਧੀਆ ਇਹ ਹੈਂਡਮੇਡ ਹੈ ਸਾਰੀਆਂ ਹਾਂਜੀ ਅੱਛਾ ਕਿਹੜੇ ਆਰਟੀਕਲ ਪਏ ਆਪਣੇ ਕੋਲ ਸਾਰੇ ਹੀ ਲੱਗੇ ਨੇ ਲੇਡੀਜ਼ ਕਿੱਥੇ ਨੇ ਬਣਾਵਾ ਆਹ ਲੇਡੀਜ਼ ਸਾਰੇ ਆਹ ਲੇਡੀਜ਼ ਲੱਗੇ ਆ ਜੀ ਜੁੱਤੀਆਂ ਜਿਵੇਂ ਸੁਣਿਆ ਸੀ ਵੀ ਸੋਹਣੀਆਂ ਵਾ ਜੁੱਤੀਆਂ ਸਾਰੀਆਂ ਬਹੁਤ ਵਧੀਆ ਨੇ ਪਰਫੈਕਟ ਨੇ ਇੱਧਰ ਸਾਰੀਆਂ ਜੈਂਟਸ ਨੇ ਦੋਸਤੋ ਹਾਂ ਵੀ ਸਾਨੂੰ ਕੱਢ ਕੇ ਜੈਂਟਸ ਜ਼ਰਾ ਹੈਂਡਮੇਡ ਜਿਹੜੀਆਂ ਨੇ ਉਹ ਵਿਖਾਉਣੀਆਂ ਭਾਈ ਇਹ ਸਾਰਾ ਹੈਂਡਮੇਡ ਹੀ ਹੁੰਦਾ ਹੈ ਸਾਰੇ ਹੈਂਡਮੇਡ ਹੈ ਜੈਂਟਸ ਲੱਗੀਆਂ ਇਸ ਸਾਈਡ ਅਲੀ ਨੋਕਲਾ ਖੁਸ਼ੋ ਤੋਂ ਛੱਡੀ ਦੇਖੋ ਜੀ ਆ ਜੁੱਤੀਆਂ ਨੇ ਇਹਨਾਂ ਦੇ ਕੋਲ ਬੰਦੇ ਉੱਤੇ ਭਾਏ ਨੇ ਅਲੀ ਨੋਕਲਾ 골ਡਨ ਖੁਸ਼ਾ ਛੱਡੀ ਉਤੋਂ ਪੂਰਾ ਭਾਈ ਲੈ ਲਈਏ ਅਸਲੀ ਵਾਲ ਆ ਹੁਣ ਜਿਹੜਾ ਲੋਕ ਆ ਰਿਹਾ ਆ ਮੁੰਡਾ ਦੁਕਾਨ ਵਾਲਾ ਬਹੁਤ ਸੋਹਣਾ ਕੰਮ ਹੋਇਆ ਹੈ ਆ ਵਾਲੀ ਹਾਂ ਇਹਨਾਂ ਦੇ ਇੱਕ ਦੋ ਹੋਰ ਆਰਟੀਕਲ ਤੇ ਨਹੀਂ ਦੋ ਆ ਵਾਲੀ ਸੋਹਣੀ ਆ ਵੀ ਜੁੱਤੀ ਸਾਦਾ ਜੀ ਤੇ ਸੋਹਣੀ ਆ ਇਹ ਇਦਾਂ ਦੇ ਆਰਟੀਕਲ ਨਾ ਰੈਡ ਕਿਤੇ ਉੱਤੇ ਜਿਹੜਾ ਬਣੇ ਤੇ ਆ ਇਧਰਲੇ ਪਾਸੇ ਇੱਕ ਹੋਰ ਦੁਕਾਨ ਹੈ ਆ ਬਾਹਰ ਲੱਗੀਆਂ ਉਹ ਵਾਹ ਆ ਡਿਜ਼ਾਈਨ ਬਹੁਤ ਸੋਹਣਾ ਲੱਗਾ ਮੈਨੂੰ ਆ ਜਿਹੜਾ ਆ ਵਧੀਆ ਡਿਜ਼ਾਈਨ ਸਮੀ ਆ ਡਿਜ਼ਾਈਨ ਬਹੁਤ ਸੋਹਣਾ ਵੇ ਹਾਂਜੀ ਵਧੀਆ ਡਿਜ਼ਾਈਨ ਆ ਹਾਂ ਵਧੀਆ ਡਿਜ਼ਾਈਨ ਆ ਵੀ ਵਧੀਆ ਆ ਜਿਹੜਾ ਵੀ ਸੋਹਣਾ ਕੀ ਨਾਮ ਮੁੰਡਿਆ ਅਬਦੁੱਲਾ ਆ ਜਿਹੜਾ ਕੱਢ ਕੇ ਵਾਹ ਹਜ਼ਰਾ ਵਾਹ ਹੈ ਵੀ ਬਹੁਤ ਹੌਲੀ ਜੁੱਤੀ ਬਹੁਤ ਵਧੀਆ ਸਮੀ ਉਹੀ ਹੋ ਭਈਆ ਵੇਖੀ ਫੜ ਕੇ ਨਾ ਬੜੀ ਭੋਲੀ ਹੈ ਬਹੁਤ ਹਲਕੀ ਛੋਲੀ ਜੁੱਤੀ ਹੋਰ ਇਸ ਤਰ੍ਹਾਂ ਦੀ ਕਿਹੜੀ ਹੈ ਬਈ ਆ ਵੇ ਆ ਮੋਰਨੀ ਬਣੀ ਹੈ ਕਾ ਹੈ ਨਾ ਅੰਦਰ ਕਿਹੜੀ ਲੱਗੀ ਹੈ ਆ ਕੱਢੇ ਨਾ ਜਰਾ ਇਹ ਜੈਂਟਸ ਹੈ ਬਹੁਤ ਸੋਹਣੀ ਜੁੱਤੀ ਹੈ ਇਹ ਵਧੀਆ ਭੋਲੀ
ਆ ਥੱਲੇ ਵਾਲਾ ਵੀ, ਆਹ ਵਾਲਾ ਆ ਵੀ ਸੋਹਣਾ ਵਾ, ਬਹੁਤ ਸੋਹਣਾ ਵਾ। ਆ ਵੇਖੋ ਨਾ, ਆ ਪਿਓਰ। ਕੀ ਨਾਂ ਦੁਕਾਨ ਦਾ ਬਾਈ? ਇਫਤਖਾਰ ਖੁਸਾ। ਹਾਂ ਇਫਤਖਾਰ ਖੁਸਾ। ਕੋਈ ਵਧੀਆ ਆਰਟੀਕਲ ਵਿਖਾਓ ਨੋਕ ਵਾਲੇ ਚ, ਕਿਹੜਾ ਪਿਆ? ਵਧੀਆ ਨੋਕ ਵਾਲੇ ਚ ਤਿੱਲੇ ਵਾਲਾ ਸਾਦਾ ਦਿਖਾਈ। ਤਿੱਲੇ ਵਾਲਾ? ਤਿੱਲੇ ਵਾਲਾ ਹਾਂ ਅਗਲਾ ਵਧੀਆ ਹੋਣਾ ਤੁਹਾਨੂੰ, ਤਿੱਲਾ ਨਾ ਜਿਹਦਾ ਖਰਾਬ ਹੋਵੇ। ਠੀਕ ਹੈ ਬਈ ਇਹ 골ਡਨ ਹੁੰਦਾ ਹੈ, ਇਹਦਾ ਤਿੱਲਾ ਖਰਾਬ ਹੋ ਜਾਂਦਾ। ਜਿਹੜਾ ਬੋਸਕੀ ਹੈ ਨਾ, ਇਹਦਾ ਤਿੱਲਾ ਖਰਾਬ ਨਹੀਂ ਹੁੰਦਾ, ਕਿਉਂਕਿ ਇਹ ਬੋਸਕੀ ਤਿੱਲੇ ਉੱਤੇ 골ਡਨ ਰੰਗ ਚੜਦਾ। ਅੱਛਾ, ਇਹਦੇ ਉੱਤੇ ਪਾਣੀ ਡਿੱਗਿਆ, ਇਹਨੇ ਜਲਦੀ ਖਰਾਬ ਹੋ ਹਾਂ ਜਾਂਦਾ। ਨਹੀਂ ਇਹਦੇ ਖਰਾਬ ਪਾਣੀ ਵੀ ਡਿੱਗਿਆ, ਖਰਾਬ ਨਹੀਂ ਇਹ ਹੋਏਗਾ। ਖਰਾਬ ਨਹੀਂ ਹੁੰਦਾ। ਨਹੀਂ, ਠੀਕ ਹੈ। ਇਹ ਹੈਂਡਮੇਡ ਹੈ ਕਿ ਦੂਜਾ ਮਸ਼ੀਨੀ? ਫੁੱਲ ਹੈਂਡਮੇਡ। ਅਗਰ ਇਹਦੇ ਵਿੱਚ ਕੋਈ ਬਾਜ਼ਾਰੀ ਸ਼ਕਲ ਵੀ ਆਂਦੀ ਹੈ ਤਾਂ ਬਾਜ਼ਾਰੀ ਨਹੀਂ ਹੁੰਦਾ, ਅੱਛਾ ਹੁੰਦਾ ਫੁੱਲ ਹੈਂਡਮੇਡ। ਇਹਦੇ ਵਿੱਚ ਕੋਈ ਵੀ ਬਾਜ਼ਾਰੀ ਕੰਮ ਨਹੀਂ ਹੈ। ਹੁਣ ਤਾਂ ਗੋਰਿਆਂ ਨੂੰ ਇਹ ਨਹੀਂ ਪਤਾ ਹੈ ਕਿ ਇਹਦਾ ਇਹਦਾ ਪੈਰ ਇਹਦਾ ਤੇ ਇਹਦਾ ਇੱਧਰ ਕਿਵੇਂ ਹੋ ਗਿਆ। ਅੱਛਾ ਉਹਨੂੰ ਪੰਜਾਬੀ ਸ਼ੂਜ਼ ਕਹਿੰਦੇ ਨੇ। ਹਾਂ ਠੀਕ ਹੈ। ਕੋਈ ਐਸੀ ਬਾਤ ਜੁੱਤੀ ਹੁੰਦਾ ਕੋਈ ਦੀ ਮਸ਼ੀਨ ਨਹੀਂ ਬਣਾ ਸਕਦੀ। ਨਹੀਂ ਤੇ ਇਹ ਕੋਈ ਨਹੀਂ ਪਤਾ ਲੱਗਦਾ ਵੀ ਸੱਜਾ ਫੁੱਲ ਖੱਬਾ, ਹੈਂਡਮੇਡ ਹੁੰਦਾ। ਸੱਜੇ ਖੱਬੇ ਦਾ ਕੋਈ ਕਨਸੈਪਟ ਨਹੀਂ, ਨਹੀਂ। ਇਹਦੇ ਖੱਬਾ ਸੱਜਾ ਨਹੀਂ ਹੁੰਦਾ। ਜੇ ਇੱਧਰ ਦਾ ਪੈਰ ਇੱਧਰ ਪਾ ਲਓ, ਇੱਧਰ ਵਾਲਾ ਇੱਧਰ। ਇਹ ਲੇਡੀਜ਼ ਹੈ ਦੇਖੋ। ਇਹ ਤਿੱਲੇ ਵਾਲਾ ਵਾ? ਜੀ ਇਹ ਵੀ ਸੇਮ ਹੀ ਆ ਉਹੀ? ਜੀ, ਇਹ ਵੀ ਸਾਰਾ ਹੈਂਡਮੇਡ ਹੈ। ਬਕਾਇਆ ਵਾਲੇ ਫੈਂਸੀ ਹੁੰਦੇ ਨੇ, ਇਹ ਬਾਜ਼ਾਰੀ ਹੁੰਦੇ ਨੇ। ਹਾਂ ਇਹ ਬਜ਼ਾਰੀ। ਇੱਕ ਕੰਮ ਮੈਂ ਵੇਖੀ ਸੀ ਇੱਥੇ, ਇਹਦੇ ਚ ਵੀ ਉਹ ਹੈਂਡਮੇਡ ਪੇਜ ਲੱਗੀ ਕੋਈ ਤਿੱਲੇ ਤੋਂ ਬਗੈਰ। ਆ ਜਿਹੜੀ ਆ ਨਹੀਂ, ਇਹ ਵੀ ਦੂਜੀ ਹੈ। ਇਹ ਵੀ ਫੈਂਸੀ ਉਹ ਕੱਢ ਕੇ ਉਹ ਵਾਲੀ ਚਲੀਏ ਜੀ ਫਿਰ ਤੋਂ ਲਈਏ ਬਾਜ਼ਾਰ। ਕਿੰਨੀਆਂ ਦੁਕਾਨਾਂ ਇੱਥੇ ਹੋਰ? ਇਹ ਇੱਥੇ ਬਸ 3 ਜਾਂ 4 ਨੇ ਇਸੇ ਦਾ ਬਣੀ। ਤੇ ਬਾਕੀ ਬਣਾਉਂਦੇ ਕਿੱਥੇ, ਘਰਾਂ 'ਚ? ਬਾਕੀ ਕਾਰੀਗਰ ਬੈਠੇ ਹੋਏ ਨੇ ਪਿੱਛੇ ਆਰੇ ਵਾਲੇ ਚੌਕੇ 'ਚ, ਉੱਥੇ ਬਣਾਉਂਦੇ। ਅੱਛਾ ਉਹ ਸਾਈ ਵਾਲੇ ਜਿਹੜੇ ਬਣਾਉਂਦੇ। ਮਤਲਬ ਕਿ ਪਿਓਰ ਬਾਬੇ ਹਾਮੇ ਦੇ ਬੇਟੇ, ਬਾਬੇ ਮੇਰਾ ਬਖਸ਼ ਦੇ ਪੁੱਤਰੇ। ਅੱਛਾ ਉਹਦੀ ਨਾ ਡਿਸਪਲੇ ਕੀਤੀਆਂ ਹੁੰਦੀਆਂ ਕਿ ਨਹੀਂ, ਉਹ ਬਸ ਸਾਈ ਤੇ ਬਣਾ ਕੇ ਦਿੰਦੇ ਨੇ। ਸਾਈ ਤੇ ਬਣਾਉਂਦੇ ਬਸ? ਠੀਕ ਹੈ। ਉਹਨਾਂ ਦਾ ਅਗਰ ਉਹ ਤਿੱਲੇ ਵਾਲਾ ਖੁੱਸਾ ਬਣਾਉਣ ਨਾ, ਤੇ ਉਹ ਸ਼ੁਰੂ ਤਕਰੀਬਨ 2500 5000 ਤੇ 30000 ਤੋਂ ਹੋਏਗਾ। ਅੱਛਾ ਇਸ ਤੋਂ ਕੰਮ ਨਹੀਂ ਹੋਏਗਾ। ਤੇ ਉਹ ਹੋਏਗਾ ਵੀ ਸਾਲ ਲਾ ਦਿੰਦੇ ਨੇ ਇੰਨੀ। ਖੁੱਸਾ ਬਣਾਉਣ ਤੇ? ਹਾਂਜੀ, ਬਹੁਤ ਲੇਟ ਕਰ ਸਾਲ ਤੱਕ ਬੰਦਾ ਹੀ ਨਾ ਟੱਪ ਜੇ। ਸਾਲ ਖੁੱਸਾ ਬਣਾਉਣ ਦੇ ਲਾਉਂਦੇ? ਅੱਛਾ ਸਾਲ ਪੂਰਾ ਲਾਉਂਦੇ ਤਿੱਲੇ ਵਾਲੇ? ਆ ਬਹੁਤ ਦੇਰ ਲਾਉਂਦੇ। ਕਹਿੰਦੇ ਉਹ ਸਾਈ ਤੁਹਾਡੇ ਕੋਲ ਲੈਂਦੇ ਜਾਣਗੇ 5000 4000 3000 2000, ਟਾਈਮ ਬੜਾ ਲੈ ਲੈਂਦੇ ਨੇ। ਅਸੀਂ ਦੁਕਾਨਦਾਰ ਆ ਤੇ ਦੂਜਾ ਸਾਡਾ ਉਹਨਾਂ ਨਾਲ ਮਤਲਬ ਕਿ ਪੁਰਾਣਾ ਬਹੁਤ ਲੱਗਿਆ। ਸਾਡੀ ਦੁਕਾਨ ਨੂੰ ਅਲਹਮਦੁਲਿਲਾ ਅਸੀਂ ਤੀਜੀ ਚੌਥੀ ਨਸਲ ਆ ਸਾਡੀ ਦੁਕਾਨ ਨੂੰ ਅਲਹਮਦੁਲਿਲਾ 80 90 ਸਾਲ ਹੋ ਗਏ ਨੇ। ਤੇ ਬਾਕੀ ਇੱਥੇ ਹੋਰ ਵੀ ਹੈਗੇ ਨੇ, ਕਿਸੇ ਨੂੰ 30 ਹੋਏ ਨੇ, ਕਿਸੇ ਨੂੰ ਸਾਲ ਹੋਇਆ, ਕਿਸੇ ਨੂੰ 6 ਮਹੀਨੇ। ਠੀਕ ਹੈ ਠੀਕ। ਸਾਰੀਆਂ ਭਾਈ ਚੰਗੀਆਂ, ਪਰ ਆਹ ਤਿੰਨ ਮੈਨੂੰ ਬਹੁਤ ਚੰਗੀਆਂ ਲੱਗੀਆਂ। ਆ ਵੇਖੋ ਵਧੀਆ। ਕਿਉਂ ਜੀ ਤੁਹਾਡਾ ਕੀ ਹਾਲ? ਸ਼ਰਕਪੁਰ ਦੀਆਂ ਵੇਖ ਲਓ ਗਲੀਆਂ ਬਾਜ਼ਾਰ ਲੱਗੇ। ਆ ਬੂਦੀ ਵਾਲਾ ਇੱਧਰ ਭਰਾ ਆ ਤਾਜ਼ਾ ਕੱਢਿਆ ਚਾਚਾ? ਤਾਜ਼ਾ ਤਾਜ਼ਾ ਹਲਵਾ ਹੁਲਵਾ ਬਣਾ ਕੇ ਦੇਖਾਂ। ਖਾਣ ਵਾਲਾ ਸਮਾਨ ਲਓ ਵੀ ਇਹ ਅਸੀਂ ਸ਼ਰਕਪੁਰ ਦਾ ਵਿਜ਼ਿਟ। ਤੇ ਹੁਣ ਇਸ ਤੋਂ ਬਾਅਦ ਜਾਣਾ ਆਪਾਂ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਸੁਲਤਾਨ ਭਾਈ ਦੇ ਮੱਥਾ ਟੇਕਣਾ, ਉੱਥੇ ਚੱਲਦੇ ਨਨਕਾਣਾ ਸਾਹਿਬ। ਫਿਰ ਅੱਜ ਦੇ ਸਫ਼ਰ ਦੇ ਵਿੱਚ ਹੋਰ ਕਿੱਥੇ ਕਿੱਥੇ ਜਾਵਾਂਗੇ, ਜੁੜੇ ਰਹਿਣਾ ਨਾਲ। ਆਜੋ ਚੱਲਦੇ ਹੁਣ ਆਪਾਂ ਨਨਕਾਣਾ ਸਾਹਿਬ। ਲਓ ਜੀ ਫ੍ਰੀਵੇ ਤੇ ਇੱਕ ਵਾਰੀ ਫੇਰ ਰੁਕ ਗਏ ਆ ਤੇ ਨੀਂਦ ਆਉਣ ਡਿਆ ਵੀ ਸੀ। ਖਾ ਕੇ ਨਾਨ ਸਵੇਰੇ ਪਰਾਠਿਆਂ ਟਾਈਪ ਨਾਨ ਸੀ। ਕਾਫੀ ਮੈਂ ਕਿਹਾ ਪੀ ਲਈਏ। ਮੈਨੂੰ ਭਾਈ ਬਹੁਤੀ ਆਉਣੀ, ਤੁਹਾਨੂੰ ਤੁਸੀਂ ਤੇ ਠੀਕ ਜੇ। ਠੀਕ ਰਹੇ ਤੁਹਾਡਾ ਕੰਮ ਜ਼ਿਆਦਾ ਮੇਰੇ ਵਾਲਾ ਥੋੜਾ ਜਿਹਾ ਜ਼ਿਆਦਾ ਕੰਮ ਖਰਾਬ ਹੋ ਗਿਆ, ਨੀਂਦ ਆਉਣ ਲੱਗ ਗਈ। ਆਹ ਵੇਖੋ ਮੈਨੂੰ ਸਖਤ ਜੀ ਕਾਫੀ ਬਣਵਾ ਲਈ। ਫਿਰ ਰੁਕ ਕੇ ਨਨਕਾਣਾ ਸਾਹਿਬ ਤੋਂ ਪਹਿਲਾਂ ਅਸੀਂ ਸ਼ਰਕਪੁਰ ਤੋਂ ਹੋ ਲਿਆ ਤੇ ਹੁਣ ਨਨਕਾਣਾ ਸਾਹਿਬ ਮੱਥਾ ਟੇਕਣ ਜਾਣਾ। ਬਿਲਕੁਲ ਜੀ। ਤੇ ਆ ਵੇਖੋ ਧੂੰ ਨਿਕਲ ਲੱਗਦਾ ਕਾਫੀ ਮੇਰੀ ਦਾ। ਤੂੰ ਬਗੈਰ ਹੈ ਕਿ ਵੀ ਦੁੱਧ ਵਾਲੀ ਹੈ? ਹਾਂ दूध की बगैर। ਅੱਛਾ ਮੈਂ ਤਾਂ ਮਿੱਠਾ ਹੈਗਾ, ਮਿੱਠਾ ਪਾਉਣਾ ਤਾਂ ਬੜਾ ਕੌੜੀ ਹੈ। ਲੱਗਦੀ ਤਾਂ ਦੁੱਧ ਇਹ ਤਾਂ ਲੱਗਦੀ ਤੇ ਵੀ ਦੁੱਧ ਵਾਲੀ ਬਲੈਕ ਤਾਂ ਦੂਜੀ ਹੁੰਦੀ ਹੈ। ਹਾਂਜੀ ਬਿਲਕੁਲ। ਇਹਦੇ ਚ ਦੁੱਧ ਬਿਲਕੁਲ ਨਹੀਂ। ਅੱਛਾ ਹਾਂਜੀ ਉੱਪਰ ਹੀ ਹੈ ਬਸ। ਅੱਛਾ ਉੱਤੇ ਉੱਤੇ ਹੀ ਚੱਲ ਜੀ। ਚਾਹ ਦੀ ਗੱਲ ਹੋਣ ਡਈ ਸੀ। ਮੈਂ ਤੱਤੀ ਪੀ ਜਾਂਦਾ
ਕਾਫੀ ਹੋਵੇ ਚਾਹ ਹੋਵੇ। ਮੈਂ ਪਰਸੋਂ ਵਿਆਹ ਤੇ ਹੈਗ ਤੇ ਹਾਂਜੀ ਤੇ ਉਹ ਬਾਕੀ ਚੀਜ਼ਾਂ ਬਹੁਤ ਵਧੀਆ ਸੀ। ਆਂਦੇ ਨਾ ਵੀ ਵਿਆਹ 'ਚ ਕੋਈ ਨਾ ਕੋਈ ਨੁਕਸ ਬੰਦੇ ਕੱਢ ਦਿੰਦੇ। ਮੈਂ ਨੁਕਸ ਨਹੀਂ ਕੱਢਣ ਡਿਆ, ਲੇਕਿਨ ਮੈਂ ਵੀ ਚਾਹ ਠੰਡੀ ਸੀ ਤੇ ਮੈਨੂੰ ਸਵਾਦ ਹੀ ਨਹੀਂ ਆਇਆ ਪੀਣ ਦਾ। ਗਰਮ ਗਰਮ ਦਿਓ। ਤੇ ਇਹ ਮੈਂ ਵੀ ਚਾਹ ਜਿਹੜੀ ਹੈ ਨਾ ਗਰਮ ਗਰਮ ਪੀਣ ਦਾ ਸਵਾਦ ਤੇ ਇਹੋ ਜੀ ਠੰਡ 'ਚ ਫਿਰ ਬਿਲਕੁਲ ਬਿਲਕੁਲ, ਤੁਸੀਂ ਤਾਂ ਜ਼ਿਆਦਾ ਹੀ ਤੱਤੀ ਪੀ ਜਾਂਦੇ ਹੋ। ਤਤੇਗਾ ਤੁਹਾਡੀ ਫੂਡ ਪਾਈਪ ਲੱਗਦੀ ਉਹਦੇ ਵਾਲੀ ਆ, ਪਿੱਤਲ ਦੀ ਲੱਗੀ ਹੋਈ ਹੈ ਜਾਂ ਕਾਪਰ ਦੀ। ਲਓ ਜੀ, ਅਸੀਂ ਰਾਹ 'ਚ ਰੋਕ ਕੇ ਮੈਨੂੰ ਸੁਸਤੀ ਪਈ ਸੀ, ਕਾਫੀ ਪੀ ਲਈ ਹੈ ਤੇ ਹੁਣ ਅਸੀਂ ਨਨਕਾਣਾ ਸਾਹਿਬ ਨੂੰ ਫਿਰ ਸਫ਼ਰ ਸ਼ੁਰੂ ਕਰਨ ਲੱਗੇ ਹਾਂ। ਆ ਗਏ ਜੀ ਗੁਰਦੁਆਰਾ ਸਾਹਿਬ। ਭਾਈ ਸਾਹਿਬ ਦੇ ਦੋਸਤ ਮਿਲ ਗਏ ਨੇ ਜੀ ਇੱਥੇ। ਭਾਈ ਸਾਹਿਬ ਦੱਸੋ ਤਾਂ ਇਹਨਾਂ ਦੇ ਬਾਰੇ ਥੋੜਾ ਜਿਹਾ। ਇਹ ਭਾਈ ਸਾਹਿਬ ਨਨਕਾਣਾ ਸਾਹਿਬ ਯੂਨੀਵਰਸਿਟੀ ਚ ਪ੍ਰੋਫੈਸਰ ਨੇ ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਵਾਹ ਜੀ ਵਾਹ, ਪੰਜਾਬੀ ਦੇ ਕਿਆ ਉਸਤਾਦ ਆ। ਤੇ ਸੁਲਤਾਨ ਜੀ ਸਾਡੇ ਦੋਸਤ ਨੇ, ਅਮਰਜੀਤ ਸਿੰਘ ਅਮਨੀਤ, ਬੜੇ ਅੱਛੇ ਸ਼ਾਇਰ ਨੇ ਪੰਜਾਬੀ ਦੇ, ਮੇਰੇ ਬੜੇ ਬੇਲੀ ਨੇ, ਗੂੜੇ ਯਾਰ ਨੇ। ਠੀਕ ਹੈ ਬਲਕਿ ਸ਼ਾਇਦ ਪਾਕਿਸਤਾਨ 'ਚ ਵੀ ਇਹਨਾਂ ਮੈਨੂੰ ਕੋਈ ਨਹੀਂ ਜਾਣਦਾ ਜਿੰਨਾ ਅਮਰਜੀਤ ਮੇਰਾ ਵੀਰ ਜਾਣਦਾ ਹੈ। ਉਹਨਾਂ ਦੇ ਕੋਈ ਦੋਸਤ ਨੇ। ਸਾਨੂੰ ਤਾਂ ਬੜਾ ਚਾਅ ਚੜਿਆ ਜੀ, ਅਸੀਂ ਬੜੇ ਧੰਨ ਭਾਗੀ ਹਾਂ ਸਾਡੇ ਨਾਲ ਮੌਜੂਦ ਹੈਗੇ ਨੇ। ਬਹੁਤ ਖੁਸ਼ੀ ਹੋ ਰਹੀ ਸਾਨੂੰ ਜੀ, ਲਫ਼ਜ਼ਾਂ ਜਿਹੜੀ ਬਿਆਨ ਨਹੀਂ ਹੋ ਸਕਦੀ। ਤੁਹਾਡਾ ਬਾਬੇ ਨਾਨਕ ਜੀ ਦੇ ਵਿਹੜੇ, ਬਾਬੇ ਨਾਨਕ ਜੀ ਦੇ ਵਿਹੜੇ ਮੁਹੱਬਤ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ, ਮੁਲਾਕਾਤ ਉਹਨਾਂ ਦੀ ਕਿਰਤ ਨਜ਼ਰ ਆ ਰਹੀ ਹੈ। ਬਿਲਕੁਲ ਬਹੁਤ ਮੁਹੱਬਤ ਹੈਗੀ ਜੀ। ਆਓ ਜੀ। ਮੇਰਾ ਸਿਰ ਦੀ ਤਲਾਸ਼ ਰੱਖੇ। ਹਾਂਜੀ, ਇਹ ਉਹ ਜੰਡ ਹੈ ਜੀ ਨਨਕਾਣਾ ਸਾਹਿਬ ਦਾ। ਇਹ ਸਾਕਾ ਨਨਕਾਣਾ ਸਾਹਿਬ ਸਾਰਿਆਂ ਨੂੰ ਪਤਾ ਹੋਣਾ ਇਹਦੇ ਬਾਰੇ। ਇੱਥੇ ਜਲਾਇਆ ਗਿਆ ਸੀ ਸਰਦਾਰ ਵੀਰਾਂ ਨੂੰ ਬੰਨ੍ਹ ਕੇ। ਇਹ ਦੇਖੋ ਕੁਛ ਫੋਟੋ ਬਣਾਈ ਗਈ ਹੈ ਉਸ ਤਰੀਕੇ ਦੀ। ਹਾਂਜੀ ਹਾਂ, ਉਹਨਾਂ ਦਾ ਵੀ ਇੱਥੇ ਮੱਥਾ ਟੇਕ ਲਿਆ ਜੀ ਤੇ ਹੁਣ ਚੱਲਦੇ ਆਂ ਆਪਾਂ ਬਾਹਰ। ਭਾ ਨਾਸਰ ਨੂੰ ਕੋਈ ਕੰਮ ਸੀ ਬਾਹਰ ਤੇ ਉਧਰ ਚਲੇ ਗਏ ਤੇ ਅਸੀਂ ਫਿਰ ਅੰਦਰ ਮੱਥਾ ਟੇਕਣ ਆਏ ਤੇ ਹੁਣ ਚੱਲਦੇ ਆਂ, ਫਿਰ ਉਹਨਾਂ ਨਾਲ ਰਲਦੇ ਆਂ ਜਾ ਕੇ। ਲਓ ਜੀ, ਮੱਥਾ ਟੇਕ ਆਏ ਤੇ ਵਿਰਕ ਸਾਹਿਬ ਨਾਲ ਸਾਡੇ ਗਜ਼ਨਫਰ ਭਾਈ ਆ ਗਏ, ਪ੍ਰੋਫੈਸਰ ਸਾਹਿਬ। ਪ੍ਰੋਫੈਸਰ ਸਾਹਿਬ, ਮੈਂ ਦੱਸਦਾ ਜਾਵਾਂ ਇੱਥੇ ਗੁਰਮੁਖੀ ਪੜ੍ਹਾਉਂਦੇ ਆ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ। ਤੇ ਕਿਸ ਤਰ੍ਹਾਂ ਇਹਨਾਂ ਨਾਲ ਰਾਬਤਾ ਕਿਸ ਤਰ੍ਹਾਂ ਸੀ? ਮੇਰੇ ਦੋਸਤ ਕਮਲਜੀਤ ਸਿੰਘ ਨੇ, ਇਹਨਾਂ ਦੇ ਵੀ ਦੋਸਤ ਨੇ, ਉਹਨਾਂ ਦੇ ਥਰੂ ਤੇ ਬੜੀ ਦੇਰ ਦੇ ਅਸੀਂ ਮਿਲੇ ਹੋਏ ਇੱਕ ਦੂਜੇ ਨੂੰ, ਬਸ ਫੇਸ ਟੂ ਫੇਸ ਅੱਜ ਹੋਏ ਆ। ਅੱਛਾ, ਇੱਕ ਦੂਜੇ ਬਾਰੇ। ਤੇ ਕਿੱਥੋਂ ਸਿੱਖੀ ਤੁਸੀਂ ਗੁਰਮੁਖੀ? ਆ ਜਾ ਆ ਜਾ, ਦੱਸੋ ਦੱਸੋ। ਹਾਂ ਜੀ, ਗੁਰਮੁਖੀ ਦਾ ਜੀ ਬੜਾ ਖੂਬਸੂਰਤ ਹੈਗਾ ਇੱਕ ਸਫ਼ਰ ਸਿੱਖਣ ਦਾ। ਗੁਰਮੁਖੀ ਨਾਲ ਤੇ ਸੀ ਕਿ ਅਗਰ ਮੈਂ ਪੰਜਾਬੀ PhD ਕਰਦਾ ਸਾਂ ਨਾ ਜਦੋਂ ਜੀ ਸ਼ੁਰੂ ਕੀਤਾ, ਤੇ ਮੈਨੂੰ ਲੱਗਾ ਕਿ ਅਗਰ ਮੈਂ ਗੁਰਮੁਖੀ ਨਹੀਂ ਸਿੱਖਾਂਗਾ ਤੇ ਮੇਰਾ PhD ਕੰਪਲੀਟ ਹੀ ਨਹੀਂ ਹੈਗਾ, ਮੁਕੰਮਲ ਹੀ ਨਹੀਂ ਹੈਗਾ, ਪੂਰਾ ਹੀ ਨਹੀਂ ਹੈਗਾ। ਸੋ ਬੜੀ ਦਿਲ 'ਚ ਖਾਹਿਸ਼ ਸੀ ਕਿ ਮੈਂ ਗੁਰਮੁਖੀ ਸਿੱਖਾਂ। ਤੇ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ 'ਚ ਕੋਈ ਬਕਾਇਦਾ ਅਦਾਲਤ ਹੈ ਨਹੀਂ ਗੁਰਮੁਖੀ ਸਿਖਾਉਣ ਲਈ ਕੋਈ ਕੀਤਾ ਜਾਏ। ਫਿਰ ਸਾਡੇ ਜਿਹੜੇ ਮੁਸ਼ਤਰਕਾ ਦੋਸਤ ਨੇ ਨਾ, ਅਮਰਜੀਤ ਸਿੰਘ ਅਮਨੀਤ ਜੀ, ਉਹਨਾਂ ਨੇ ਫਿਰ ਬੜੀ ਮੇਰੀ ਹੈਲਪ ਕੀਤੀ। ਅਸੀਂ ਫਿਰ ਕੋਦਾ ਦਾ ਘੰਟਾ ਆਨਲਾਈਨ ਫੋਨ ਦੇ ਉੱਤੇ ਗੁਰਮੁਖੀ ਉਹਨਾਂ ਨੂੰ ਮਤਲਬ ਸਾਰਾ ਪਹਿਲੇ ਅਲਫਾਬੈਟਿਕਸ ਤੋਂ ਸ਼ੁਰੂ ਕਰਕੇ ਮਤਲਬ ਉਹਨਾਂ ਬੜੀ ਹੈਲਪ ਕੀਤੀ। ਬੁਨਿਆਦੀ ਤੌਰ 'ਤੇ ਮੇਰੇ ਉਸਤਾਦ ਉਹ ਹੈਗੇ ਆ ਗੁਰਮੁਖੀ ਦੇ। ਅੱਛਾ, ਦੂਸਰਾ ਫਿਰ ਮੈਂ ਇਹ ਸਮਝਣਾ ਵਾ ਕਿ ਅਗਰ ਸਾਡੀ ਮਾਂ ਬੋਲੀ ਨੂੰ ਅਸੀਂ ਅਗਰ ਸੇਵਾ ਕਰਨੀ ਹੈ ਸਹੀ ਮਾਨਿਆਂ ਦੇ ਵਿੱਚ, ਸਾਨੂੰ ਚਾਹੀਦਾ ਕਿ ਅਸੀਂ ਆਪਣੀ ਮਾਂ ਬੋਲੀ ਦੇ ਜਿਹੜੇ ਦੋਵੇਂ ਲਿਬਾਸ ਨੇ, ਮੈਂ ਇਹਨਾਂ ਲਿਪੀਆਂ ਨੂੰ ਦੋ ਲਿਪੀਆਂ ਨਹੀਂ ਸਮਝਦਾ, ਮੈਂ ਲਿਬਾਸ ਸਮਝਣਾ ਵਾ, ਸ਼ਾਹਮੁਖੀ ਤੇ ਗੁਰਮੁਖੀ। ਸਾਨੂੰ ਪੰਜਾਬੀਆਂ ਨੂੰ ਆਉਣੀ ਚਾਹੀਦੀ ਹੈਗੀ ਹੈ। ਫਿਰ ਅਮਰਜੀਤ ਜੀ ਨੇ ਮੇਰੀ ਬੜੀ ਹੈਲਪ ਕੀਤੀ, ਉਹਨਾਂ ਨੇ ਗੁਰਮੁਖੀ ਮੈਨੂੰ ਸਿਖਾਈ। ਹੁਣ ਉਹ ਹੈ ਕਿ ਗੁਰਮੁਖੀ ਕਰਨ ਤੋਂ ਬਾਅਦ, ਸਿੱਖਣ ਤੋਂ ਬਾਅਦ ਨਾ ਜੀ, ਹੁਣ ਸਾਡੇ ਅਲਹਮਦੁਲਿਲਾ ਇੱਥੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਅਸੀਂ ਗੁਰਮੁਖੀ ਸਿਖਾ ਵੀ ਰਹੇ ਹਾਂ। ਸੋ ਮੇਰੇ BS ਦੇ ਜਿਹੜੇ ਪੜ੍ਹਾੜ ਨੇ ਇੱਥੇ 4th ਸਮੈਸਟਰ ਚੌਥੇ ਚਲੇ ਗਏ ਨੇ, ਖੁਦ ਗੁਰਮੁਖੀ ਲਿਖ ਲੈਂਦੇ ਨੇ ਤੇ ਪੜ੍ਹ ਵੀ ਲੈਂਦੇ ਨੇ। ਹਾਂ, ਤਾਂ ਉਹ ਗੁਰਮੁਖੀ ਨਾਲ ਫਿਰ ਇਹ ਹੋਇਆ ਲਿਖਣ ਨਾਲ ਨਾ ਜੀ ਕਿ ਫਿਰ ਹਰ ਸੰਡੇ ਮੇਰਾ ਇੱਕ ਆਰਟੀਕਲ ਨਵਾਂ ਜ਼ਮਾਨਾ ਛਪਦਾ ਹੈ। ਅਸੀਂ ਕੁਝ ਮਤਲਬ ਲਿਖ ਕੇ ਭੇਜਨੇ ਆ, ਅਮਰੀਕਾ ਤੋਂ, ਆਸਟ੍ਰੇਲੀਆ ਤੋਂ ਆਰਟੀਕਲ ਸਾਡੇ ਛਪਦੇ ਰਹਿੰਦੇ ਨੇ। ਤਾਂ ਗੁਰਮੁਖੀ ਦੇ ਪ੍ਰਚਾਰ ਲਈ, ਤਾਂ ਕਿ ਸਾਡੇ ਜਿਹੜੇ ਪੰਜਾਬੀ ਨਾਲ ਜੁੜੇ ਜਿਹੜੇ ਸਾਡੇ ਵਿਦਿਆਰਥੀ ਨੇ, ਤਾਲਿਬ ਇਲਮ, ਉਹ ਸਿੱਖ ਸਕਣ, ਉਹ ਜਾਣ ਸਕਣ ਕਿ ਨਵਾਂ ਟ੍ਰੈਂਡ ਕੀ ਆ ਗਿਆ, ਨਵੀਆਂ ਸ਼ੈਲੀਆਂ ਕੀ ਨੇ ਲਿਖਣ ਵਾਲੇ, ਅਦਬ ਕਿਸ ਰੰਗ 'ਚ ਲਿਖਿਆ ਜਾ ਰਿਹਾ ਹੈ ਜੀ।
ਬਸ ਉਹ ਇਸ ਗੁਰਮੁਖੀ ਦੇ ਨਾਲ ਅਸੀਂ ਜੁੜੇ ਹਾਂ। ਮੈਂ ਅਸੀਂ ਵੈਸੇ ਵੀ ਅਕਸਰ ਗੱਲ ਹੁੰਦੀ ਸੁਲਤਾਨ ਭਾਈ ਵੀ ਜੇ ਮਜ਼ਹਬ ਦੇ ਨਾਲ ਜੁੜੀਆਂ ਜ਼ਬਾਨਾਂ ਹੋਣ ਨਾ ਤੇ ਫਿਰ ਸਾਡੇ ਮੁਸਲਮਾਨ ਦੀ ਜ਼ਬਾਨ ਤੇ ਅਰਬੀ ਹੋਵੇ, ਇਹ ਤੇ ਖਿੱਤੇ ਨਾਲ ਜੁੜੀਆਂ ਵੀ ਜਿੱਥੇ ਤੁਸੀਂ ਰਹਿੰਦੇ ਜੀ, ਉਹਨਾਂ ਦੀਆਂ ਜ਼ਬਾਨਾਂ ਨੇ। ਤੇ ਫਿਰ ਹੁਣ ਇਹਦੇ ਤੇ ਤੁਸੀਂ ਪ੍ਰੋਪਰ ਕਲਾਸਿਸ ਹੁੰਦੀਆਂ ਨੇ ਤੁਹਾਡੀ? ਬਿਲਕੁਲ ਜੀ, ਪੂਰਾ ਪ੍ਰੋਪਰ ਕਲਾਸਿਸ ਹੁੰਦੀਆਂ ਨੇ। ਨਾ ਸਿਰਫ ਕਲਾਸਿਸ ਨੇ ਬਲਕਿ ਅਸੀਂ ਮੁxtਲਿਫ ਪ੍ਰੋਗਰਾਮ ਛੋਟੇ ਛੋਟੇ ਕਰਾਈ ਰੱਖੇ ਦੇ ਨੇ। ਹੁਣ ਪਿੱਛੇ ਜੇ ਅਸੀਂ ਪ੍ਰੋਗਰਾਮ ਕਰਵਾਇਆ ਸੀ ਸ਼ਬਦ ਜੋੜ ਮੁਕਾਬਲਾ, ਸੋ ਬੱਚਿਆਂ ਦੇ ਵਿੱਚ ਮਤਲਬ ਕੰਪੀਟੀਸ਼ਨ ਅਸੀਂ ਕਰਵਾਏ। ਉਹਨਾਂ ਮਤਲਬ ਬਾਅਦ ਵਿੱਚ ਫਿਰ ਕੋਈ ਸਾਡੇ ਵਾਈਸ ਚਾਂਸਲਰ ਸਾਹਿਬ ਡਾਕਟਰ ਮੁਹੰਮਦ ਅਫਜ਼ਲ ਸਾਹਿਬ, ਉਹ ਮਤਲਬ ਬਹੁਤ ਜ਼ਿਆਦਾ ਇੰਟਰਸਟ ਹੈਗਾ ਉਹਨਾਂ ਨੂੰ ਕਿ ਸਾਡੇ ਬੱਚੇ ਬਹੁਤ ਅੱਛੇ ਤਰੀਕੇ ਨਾਲ ਗੁਰਮੁਖੀ ਲਰਨ ਕਰ ਸਕਣ। ਸੋ ਅਸੀਂ ਮੁਕਾਬਲੇ ਵੀ ਕਰਵਾਉਂਦੇ ਹੈਗੇ ਹਾਂ ਅਸੀਂ, ਬਲਕਿ ਅਸੀਂ ਇੱਕ ਸੋਚ ਰਹੇ ਹਾਂ ਕਿ ਇੰਟਰ ਯੂਨੀਵਰਸਿਟੀ ਕੋਈ ਗੁਰਮੁਖੀ ਦਾ ਅਸੀਂ ਇੱਕ ਮੁਕਾਬਲਾ ਕਰਵਾਈਏ ਨਾ। ਤੇ ਇਸ ਤਰ੍ਹਾਂ ਅਸੀਂ ਮਤਲਬ ਤਾਂ ਜੀ ਸਾਡੇ ਜਿਹੜੇ ਬੱਚੇ ਨੇ ਉਹ ਮਾਂ ਬੋਲੀ ਦੇਖ ਸਕਣ। ਤੇ ਬੜਾ ਜੀ ਉਹ ਬੜਾ ਸੋਹਣਾ ਤਜਰਬਾ ਜਾ ਰਿਹਾ ਜੀ। ਤੇ ਬਸ ਮਾਂ ਬੋਲੀ ਦੀ ਸੇਵਾ 'ਚ ਲੱਗੇ ਹਾਂ। ਰੱਬ ਤਾਲਾ ਫਰਮਾਇਆ। ਸ਼ੌਕ ਤਾਂ ਮੈਨੂੰ ਇਸ ਤਰ੍ਹਾਂ ਹੋਇਆ ਕਿ ਬਿਨਾਂ ਤੌਰ 'ਤੇ ਕਿਉਂਕਿ ਮੈਂ ਕਹਾਣੀਕਾਰ ਹਾਂ, ਕਹਾਣੀ ਦਾ ਤਾਲਬ ਇਲਮ ਹਾਂ, ਕਹਾਣੀ ਲਿਖਣਾ ਵਾ। ਤਾਂ ਮੈਂ ਤੁਹਾਨੂੰ ਦੱਸਣਾ ਵਾ ਕਿ ਮੇਰਾ ਜਦੋਂ PhD ਦਾ ਮੁਕਾਬਲਾ ਗਿਆ ਨਾ ਜੀ ਇੰਡੀਆ ਜਦੋਂ ਮੇਰਾ ਮੁਕਾਬਲਾ ਗਿਆ ਤੇ ਮੇਰੇ ਕੋਲ ਅੱਖਰ ਆ ਗਏ ਨੱਚਦੇ ਟੱਪਦੇ ਬੜੇ ਹੋਏ। ਡਾਕਟਰ ਸਾਹਿਬ ਅਸੀਂ ਚੱਲੇ ਹਾਂ, ਮਤਲਬ ਸਾਡਾ ਅਸੀਂ ਜਾ ਰਹੇ ਹਾਂ ਇੰਡੀਆ ਜਾ ਰਹੇ ਹਾਂ, ਅਸੀਂ ਉੱਧਰ ਜਾਵਾਂਗੇ ਮਿਲਾਂਗੇ। ਗਾਫ ਕਹਿਣ ਲੱਗਾ ਗੱਗੇ ਨੂੰ ਮਿਲਾਂਗੇ, ਹੈ ਜੀ। ਬੇ ਕਹਿਣ ਲੱਗੀ ਬੱਬੇ ਨੂੰ ਮਿਲਾਂਗੇ ਅਸੀਂ, ਹੈ ਊੜਾ ਅਲਫ ਸਾਰੇ ਬੜੇ ਖੁਸ਼। ਅੱਛਾ ਜਦੋਂ ਮਿਲੇ ਨਾ ਜੀ ਉਹ ਮੈਨੂੰ ਕਹਿਣ ਲੱਗੇ, ਮੈਂ ਕਿਹਾ ਠੀਕ ਹੈ। ਮੈਂ ਉਹਨਾਂ ਦੀ ਖੁਸ਼ੀ 'ਚ ਖੁਸ਼ ਹੋ ਗਿਆ ਸਾਂ। ਮੈਂ ਕਿਹਾ ਵੀ ਠੀਕ ਹੈ ਬਹੁਤ ਵਧੀਆ। ਉਹ ਚਲੇ ਗਏ। ਜਦੋਂ ਵਾਪਸ ਆਏ ਨਾ ਜੀ ਇੰਡੀਆ ਤੋਂ, ਮੁਕਾਬਲਾ ਵਾਪਸ ਆਇਆ, ਹਾਇਰ ਐਜੂਕੇਸ਼ਨ ਕਮਿਸ਼ਨ ਨੇ ਭੇਜਿਆ ਚੈੱਕ ਹੋਣ ਵਾਸਤੇ। ਜਦੋਂ ਵਾਪਸ ਆਇਆ ਤੇ ਜੀ ਟਿੱਲੂ ਸਾਹਿਬ ਅੱਖਰ ਰੋਂਦੇ ਪਿੱਟਦੇ ਕੁਰਲਾਉਂਦੇ। ਉਹ ਮੈਂ ਪੁੱਛਿਆ ਕੀ ਹੋਇਆ ਤੁਹਾਡੇ ਨਾਲ, ਕੀ ਵਾਪਰਿਆ ਤੁਹਾਡੇ ਨਾਲ, ਐਸਾ ਕੀ ਹੋਇਆ? ਉਹ ਕਹਿਣ ਲੱਗੇ ਡਾਕਟਰ ਸਾਹਿਬ ਪੁੱਛੋ ਨਾ। ਗਾਫ ਕਹਿਣ ਲੱਗਾ ਮੈਂ ਮਿਲਿਆ ਗੱਗੇ ਨੂੰ ਪਰਸੋਂ ਸਿਆਣਿਆ ਨਹੀਂ। ਵੀ ਕਹਿਣ ਲੱਗੀ ਬੱਬਾ ਮਿਲਿਆ ਸੀ ਲੇਕਿਨ ਉਸ ਮੈਨੂੰ ਪੁੱਛਿਆ ਦੱਸਿਆ ਨਹੀਂ। ਤੇ ਮੇਰੇ ਦਿਲ 'ਚ ਬੜੇ ਵੀ ਉਹਨਾਂ ਦੇ ਉਸ ਗਮ ਦੇ ਵਿੱਚ ਮੈਂ ਵੀ ਗਮ ਜਿਹੜਾ ਉਹ ਇੱਕ ਮਤਲਬ ਬੜੀ ਕਫੀਅਤ ਤਾਰੀ ਹੋ ਗਈ। ਫਿਰ ਮੈਂ ਸੋਚਿਆ ਕਿ ਇਹਨਾਂ ਦੋਵਾਂ ਲਿਪੀਆਂ ਨੂੰ ਨੇੜੇ ਲਿਆਉਣਾ ਚਾਹੀਦਾ। ਤਾਂ ਗੁਰਮੁਖੀ ਫਰੇਜ਼ ਤੋਂ ਮੈਂ ਕਿਹਾ ਵੀ ਅਸੀਂ ਸਿਆਣ ਕਰਾਵਾਂਗੇ ਤੁਹਾਡੀ ਆਪਸ ਦੇ ਵਿੱਚ। ਸੋ ਅੱਜ ਮੈਂ ਜਦੋਂ ਵਾਈਟ ਬੋਰਡ 'ਤੇ ਲਿਖਣਾ ਵਾ ਤੇ ਉਹ ਗਾਫ ਦੇ ਨਾਲ ਜਦੋਂ ਗੱਗਾ ਹੁੰਦਾ ਤਾਂ ਆਪਸ ਸਿਆਣਦੇ ਵੀ ਨੇ, ਸੋ ਗੱਲਾਂ ਵੀ ਕਰਦੇ ਨੇ। ਸੋ ਮੇਰੇ ਬੱਚੇ ਜਿਹੜੇ ਇਸ ਪੰਜਾਬੀ ਨਾਲ ਜੁੜੇ ਨੇ ਟਿੱਲੂ ਸਾਹਿਬ, ਉਹ ਵੀ ਜਾਣ ਗਏ ਨੇ ਕਿ ਸਾਡੀ ਮਾਂ ਬੋਲੀ ਸਾਡੀ ਦੋਵੇਂ ਲਿਪੀਆਂ ਨੇ, ਸਾਡੇ ਵਾਸਤੇ ਬੜੀਆਂ ਜ਼ਰੂਰੀ ਨੇ। ਇਹਨਾਂ ਨੂੰ ਉਸ ਦਿਨ ਪੜ੍ਹਨਾ ਹੈ ਜੀ, ਸਾਡੀ ਮਾਂ ਬੋਲੀ ਬਹੁਤ ਵਧੀਆ ਜੀ, ਬਹੁਤ ਵਧੀਆ। ਮੈਨੂੰ ਵੀ ਬੜਾ ਸ਼ੌਕ ਹੈ ਸਿੱਖਣ ਦਾ, ਪਰ ਟਾਈਮ ਦੀ ਘਾਟ ਤੋਂ ਵੈਸੇ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਸਿੱਖਣ ਨੂੰ। ਪਰ ਟਾਈਮ ਦੀ ਘਾਟ ਤੋਂ ਹਲੇ ਤੱਕ ਮੈਂ ਅਧੂਰਾ ਥੋੜ੍ਹਾ ਜਿਹਾ, ਲੇਕਿਨ ਸਿੱਖਾਂਗੇ। ਹਾਂਜੀ ਤੁਹਾਡੇ ਵਾਸਤੇ ਤਾਂ ਬੜਾ ਤੁਹਾਡੇ ਤਾਂ ਜੀ ਮੈਨੂੰ ਤਾਂ ਬਲਕਿ ਅੱਜ ਪਤਾ ਲੱਗਿਆ ਕਿ ਤੁਹਾਨੂੰ ਨਹੀਂ, ਤੁਸੀਂ ਨਹੀਂ ਸਿੱਖੀ। ਟ੍ਰਾਂਸਲੇਟਰ ਤੋਂ ਸਿੱਖਿਆ। ਲੇਕਿਨ ਇਹ ਵੇਖੋ ਇਹ ਸਿੱਖਣਾ ਜਿਹੜਾ ਨਾ ਜੀ ਇਨਸਾਨ ਹਮੇਸ਼ਾ ਹੀ ਸਿੱਖਦਾ ਰਹਿੰਦਾ। ਬਿਲਕੁਲ ਜੇ ਬੋਲਣਾ ਹੁੰਦਾ ਤੇ ਸਿੱਖਣਾ ਹਮੇਸ਼ਾ ਕੋਈ ਵੀ, ਹਾਂਜੀ ਕੋਈ ਵੀ ਕਿਸੇ ਨੂੰ ਮਿਲਨੇ ਨਾ ਜੈਸੇ ਅਸੀਂ ਕੁਛ ਨਾ ਕੁਛ ਉਹਦੇ ਕੋਲ ਸਿੱਖਨੇ ਆ। ਤੇ ਫਿਰ ਸਾਡੀ ਮਾਂ ਬੋਲੀ ਹੈ ਜੀ। ਤੇ ਅਸੀਂ ਜਿਹਦੇ ਅਗਰ ਨਹੀਂ ਕਰਾਂਗੇ, ਬਲਕਿ ਅਮਰਜੀਤ ਸਿੰਘ ਅਮਨੀਸ ਜਿਹੜੇ ਸਾਡੇ ਮੁਸ਼ਤਰਕਾ ਦੋਸਤ ਨੇ ਨਾ, ਸ਼ਾਇਰ ਨੇ ਬੜੇ ਅੱਛੇ, ਉਹ ਕਹਿੰਦੇ ਹੁੰਦੇ ਨੇ ਕਿ ਯਾਰ ਅਗਰ ਤੁਸੀਂ ਇਹ ਮਾਂ ਬੋਲੀ ਦੇ ਦੋਵੇਂ ਲਿਬਾਸ ਤੋਂ ਵਾਕਫੀਅਤ ਨਹੀਂ ਤੇ ਫਿਰ ਤੁਸੀਂ ਤੁਹਾਡੇ ਵਾਸਤੇ ਔਖਾ ਕੰਮ ਹੋ ਜਾਏਗਾ। ਤੇ ਉਮੀਦ ਹੈ ਜੀ ਤੁਸੀਂ ਤਾਂ ਬੜੀ ਜਲਦੀ ਵਿਦਨ ਮੇਰੇ ਖਿਆਲ 10 ਡੇਜ਼ 10 ਦਿਨਾਂ 'ਚ ਮੇਰੇ ਖਿਆਲ ਇੱਕ ਹਫ਼ਤੇ ਹੀ ਤੁਸੀਂ ਮੁਕੰਮਲ ਤੌਰ 'ਤੇ ਸਿੱਖ ਜ਼ਰੂਰ ਇਨਸ਼ਾਅੱਲਾ ਰੱਬ ਨੇ ਚਾਹਿਆ। ਕੋਈ ਨਹੀਂ। ਤੇ ਲਵਲੀ ਦੇ ਘਰ ਬੈਠੇ ਆ ਇਸ ਵੇਲੇ ਅਸੀਂ, ਤੇ ਲਵਲੀ ਲਿਆ ਰਿਹਾ ਬਿਸਕੁਟ ਲੈ ਆਂਦੇ ਆ ਤੇ ਚਾਹ ਲੈਣ ਚੱਲਾ ਵਾ। ਤੇ ਕੈਮਰੇ ਸਾਹਮਣੇ ਨਹੀਂ ਆਉਣ ਡਿਆ ਵੀ ਪੱਗ ਨਹੀਂ ਬੰਨੀ ਰਹੀ ਨਾ, ਝੱਕਦਾ ਨਾ ਪੱਗ ਤੋਂ ਬਗੈਰ। ਤੇ ਆਪਾਂ ਲੈ ਆਉਣਾ ਹੁਣੇ ਇਹਨੂੰ ਨਾ ਆਉਂਦਾ ਨਾ। ਵਾਕਫੀਅਤ ਕਿੱਦਾਂ ਸੁਲਤਾਨ ਭਾਈ ਨੂੰ? ਲਵਲੀ ਨੇ ਪੱਗ ਨਹੀਂ ਬੰਨੀ, ਇਸ ਤੋਂ ਕੈਮਰੇ 'ਚ ਇਹਨੂੰ ਨਹੀਂ ਲਿਆਉਣਾ ਆਪਾਂ। ਠੀਕ ਹੈ ਨਾ ਲਵਲੀ, ਲਿਆਈਏ ਕਿ ਨਾ ਤੈਨੂੰ? ਨਹੀਂ ਅਸੀਂ 2 ਵਾਰੀ ਚਾਹ ਪੀ ਲਈ ਆ। ਚਾਹ ਚਾਹੀ ਹੋਏ ਪਏ ਅੱਜ। ਪ੍ਰੋਫੈਸਰ ਸਾਹਿਬ ਕਿੰਨੀ ਉਮਰ ਤੁਹਾਡੀ? 39 ਦਾ ਪ੍ਰੋਫੈਸਰ, 39.5 ਮੇਰੀ ਹੈ। ਫਿਰ ਤੇ ਤੁਹਾਡੀ ਮੱਤ ਵੱਜੀ। ਇੱਧਰ ਗੱਲ ਸੁਣੋ, ਤੇ ਜਿਹੜੇ ਹੱਸੇ ਬੜਾ ਵਾ ਇਹਨਾਂ ਦੀ 49 ਤੇ ਤੁਹਾਡੀ 50 ਵਾ। ਅੱਗੋਂ ਹਿਸਾਬ ਲਾ ਲਓ ਵੀਰ ਜੀ। ਲਓ ਵੀ ਦੋਸਤੋ, ਲਵਲੀ ਨੂੰ ਮਿਲ ਕੇ ਆਪਾਂ ਨਿਕਲ ਆਏ ਹੁਣ। ਗੁਰਦੁਆਰਾ ਸਾਹਿਬ ਤੋਂ ਬਾਅਦ ਲਵਲੀ ਕੋ ਗਏ। ਲਵਲੀ ਕੈਮਰੇ ਸਾਹਮਣੇ ਨਹੀਂ ਆਉਂਦਾ ਕਿਉਂਕਿ ਸਿਰ ਤੇ ਟੋਪੀ ਨਹੀਂ ਪਾਈਂਦੀ। ਉਹ ਖਲੋਤਾ ਜੀ, ਉਹ ਵੇਖ ਲਓ। ਤੇ ਹੁਣ ਅੱਗੇ ਦਾ ਸਫ਼ਰ ਹੈ ਸਾਡਾ। ਇਸ ਤੋਂ ਬਾਅਦ ਫਿਰ ਇਸ ਵਲੌਗ ਦਾ ਇੱਥੇ ਹੀ ਆਪਾਂ ਕਰਾਂਗੇ ਖਾਤਮਾ। ਅਗਲੇ ਵਲੌਗ 'ਚ ਕਿੱਥੇ ਜਾਂਦੇ ਆ? ਅਗਲੇ ਵਲੌਗ 'ਚ ਲੈ ਕੇ ਜਾਵਾਂਗੇ ਭਾਈ ਸਾਹਿਬ ਦਾ ਪਿੰਡ ਆ ਕਾਲੋ ਕੇ ਵਿਰਕਾਂ। ਨਵਾਬ ਕਪੂਰ ਸਿੰਘ ਵਿਰਕ ਦਾ ਪਿੰਡ ਹੈ। ਜਥੇਦਾਰ ਸਨ ਤੀਸਰੇ
ਜਥੇਦਾਰ ਸਨ। ਉਹਨਾਂ ਦੇ ਪਿੰਡ, ਉਹਨਾਂ ਦਾ ਪਿੰਡ ਹੈ ਤੇ ਇਹਨਾਂ ਦੇ ਫੋਰ ਫਾਦਰਸ ਦਾ ਪਿੰਡ ਹੈ। ਉਧਰੋਂ ਸਾਡੇ ਨਾਲ ਅੱਜ ਬੜੀ ਪਿਆਰੀ ਗੁਫ਼ਤਗੂ ਹੋਈ ਪ੍ਰੋਫੈਸਰ ਸਾਹਿਬ ਨਾਲ। ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਗੁਰਮੁਖੀ ਮੈਂ ਵੀ ਸਿੱਖਣੀ ਆ, ਠੀਕ ਹੈ ਜੀ। 10 ਦਿਨ ਲਾਉਣੇ, ਤੁਹਾਡਾ ਮੇਰਾ ਘੰਟਾ ਲਾ ਕੇ 10 ਦਿਨ ਲਾਉਣੇ। ਤੇ ਮਿਲਦੇ ਆ ਤੁਹਾਨੂੰ ਹੁਣ ਅਗਲੇ ਵਲੌਗ 'ਚ, ਉਦੋਂ ਤੱਕ ਦੋ ਇਜਾਜ਼ਤ, ਮਿਲਾਂਗੇ ਫਿਰ, ਰੱਬ ਰੱਖਾ।